ਜਿੱਦਾਂ ਕਿ ਵਿਪਕਸ਼ ਕਹਿੰਦਾ ਕਿ ਸਭ ਤੋਂ ਜ਼ਿਆਦਾ ਅਸੀਂ ਡਿਵੈਲਪਮੈਂਟ ਇੱਥੇ ਕਰਤੀ ਹੈ। ਜੇ ਡਿਵੈਲਪਮੈਂਟ ਹੀ ਇੰਨੀ ਹੋ ਚੁੱਕੀ ਹੈ ਫਿਰ ਤੁਸੀਂ ਕੀ ਡਿਵੈਲਪ ਕਰੋਗੇ? ਡਿਵੈਲਪਮੈਂਟ ਦੀ ਡੈਫੀਨੇਸ਼ਨ ਜਿਹੜੇ ਕਹਿੰਦੇ ਆ ਕਿ ਅਸੀਂ ਕਰਤੀ, ਉਹਨਾਂ ਨੇ ਜਾਂ ਤਾਂ ਉਹ ਡਿਵੈਲਪਮੈਂਟ ਦੀ ਡੈਫੀਨੇਸ਼ਨ ਨਹੀਂ ਜਾਣਦੇ। ਇੱਕੋ ਗੱਲ ਮੈਂ ਪੁੱਛਦਾ ਭਾਰਤ ਭੂਸ਼ਣ ਆਸ਼ੂ ਜਿਹੜੇ ਮੰਤਰੀ ਰਹੇ ਨੇ ਕਿ ਉਹਨਾਂ ਨੇ ਇਹ ਆਪਣੇ ਕਾਰਜਕਾਲ ਵਿੱਚ ਕਿੰਨੇ ਸਕੂਲਾਂ ਨੂੰ ਅਪਗ੍ਰੇਡ ਕੀਤਾ, ਇੱਥੇ ਕਿੰਨੇ ਕਾਲਜਾਂ ਵਿੱਚ ਐਡੀਸ਼ਨਲ ਫੈਸਿਲਿਟੀਜ਼ ਦਿੱਤੀਆਂ, ਜਾਂ ਹੈਲਥ ਲਈ ਉਹਨਾਂ ਨੇ ਸਪੈਸ਼ਲ ਸਿਵਲ ਹਸਪੀਟਲ 'ਚ ਕੀ ਕੀਤਾ ਹੈ। ਜੇ ਹੁਣ 4 ਸੜਕਾਂ ਤੇ ਇੰਟਰਲੋਕਿੰਗ ਪੱਟ ਕੇ ਨਵੀਂ ਇੰਟਰਲੋਕਿੰਗ ਆਪਣੇ ਬੰਦਿਆਂ ਦੀਆਂ ਕੰਪਨੀਆਂ ਤੋਂ ਖਰੀਦ ਕੇ ਲਾ ਦਿੱਤੀ ਤੇ ਇਹ ਡਿਵੈਲਪਮੈਂਟ ਹੋ ਗਈ। ਇਹ ਕਿਹਾ ਜਾ ਰਿਹਾ ਕਿ ਦੂਸਰੇ ਜਿਹੜੇ ਆਪਣੇ ਵਿਰੋਧੀ ਧਿਰ ਹੈਗੇ ਆ, ਜਿਹੜੇ ਸੱਤਾਧਾਰੀ ਹੈਗੇ, ਉਹ ਕਹਿੰਦੇ ਸਾਡੇ ਤਾਂ ਕੰਮ ਹੀ ਇੰਨੇ ਬੋਲਦੇ ਆ ਕਿ ਸਾਹਮਣੇ ਕੋਈ ਖੜ ਹੀ ਨਹੀਂ ਸਕਦਾ। ਸਾਡੇ ਵੱਲੋਂ ਤਾਂ ਮਤਲਬ ਜਿਹੜਾ ਮਰਜ਼ੀ ਆ ਜਾਏ, ਸਾਰੇ ਪਾਸੇ ਇੱਕ ਪਾਸੇ, ਸਾਡਾ ਤਾਂ ਪਿਛਲਾ ਮਾਰਜਨ ਹੀ ਇੰਨਾ ਸੀ ਕਿ ਕੋਈ ਜਿੱਤ ਹੀ ਨਹੀਂ ਸਕਦਾ। ਮੈਂ ਇਹ ਵੀ ਦੇਖਿਆ ਜਿਹੜੇ ਲੋਕਾਂ ਦੇ ਨਾ ਇਦੋਂ ਵੀ ਵੱਧ ਮਾਰਜਨ ਸੀਗੇ ਉਹ ਅਗਲੀ ਵਾਰ ਲੱਭੇ ਨਹੀਂ ਗਏ। ਜੇ ਮਿਸਿਸ ਇੰਦਰਾ ਗਾਂਧੀ ਹਾਰ ਸਕਦੀ ਹੈ ਰਾਏਬਰੇਲੀ ਤੋਂ, ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਜੀ ਹਾਰ ਸਕਦੇ 1985 ਵਿੱਚ, ਇਹ ਤਾਂ ਕਿਹੜੇ ਬਾਗ ਦੀ ਮੂਲੀ ਨੇ ਕਿਤੇ ਵੀ ਨਹੀਂ। ਸਰਾਭਾ ਨਗਰ 'ਚ ਵੀ ਇਕੱਲੀ ਮਲਹਾਰ ਰੋਡ ਹੈ, ਦੱਸੋ ਕਿੰਨਾ ਪੈਸਾ ਲਾਇਆ ਜਾ ਰਿਹਾ ਇੱਕ ਸੜਕ ਤੇ। ਇਹ ਕਿਉਂ ਨਹੀਂ ਜਵਾਹਰ ਨਗਰ ਕੈਂਪ 'ਚ ਲੱਗ ਸਕਦਾ ਸੀ? ਇਹ ਕਿਉਂ ਨਹੀਂ ਹੈਬੋਵਾਲ ਲੱਗ ਸਕਦਾ ਸੀ? ਕਿਉਂ ਨਹੀਂ ਇਹ ਬਾੜੇਵਾਲ ਲੱਗ ਸਕਦਾ ਸੀਗਾ? ਤੁਸੀਂ ਐਜ਼ ਏ ਕੈਂਡੀਡੇਟ ਹੋ ਵਿਪਕਸ਼, ਤੁਸੀਂ ਇਸ ਮਾਮਲੇ ਨੂੰ ਕੀ ਕਰੋਗੇ? ਜਨਤਾ ਇੱਦਾਂ ਹੀ ਉਹਨਾਂ ਦਾ ਸ਼ੋਸ਼ਣ ਹੁੰਦਾ ਰਹੇ? ਦੇਖੋ, ਜਨਤਾ ਦਾ ਇਹਨਾਂ ਨੇ ਸ਼ੋਸ਼ਣ ਇੱਕ ਥਾਂ ਨਹੀਂ ਕੀਤਾ, ਤੁਹਾਡੇ ਸਾਹਮਣੇ ਆ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं तो अज का जिहड़ा साडा टॉपिक है, मुद्दा है, वो है विधान सभा चुनाव। जी हाँ, विधान सभा चुनावां नूं लैके ऑलरेडी जिहड़ा पंजाब दे विच पूरा राजनीतिक माहौल गरमा चुका है। खास करके गल करिए लुधियाना, जिहड़ा कि जिथों राजनीति शुरू होंदी है पंजाब दी, ते लुधियाना दे विच अकाली दल ਜਿਹੜੇ ਬਾਦਲ ਵੱਲੋਂ ਆਪਣੇ ਕੈਂਡੀਡੇਟ ਵੀ ਅਨਾਉਂਸਮੈਂਟ ਕਰ ਚੁੱਕੇ ਹੈ। ਸੋ ਅਸੀਂ ਅੱਜ ਪਹੁੰਚੇ ਹਾਂ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਨਾਲ, ਜਿਹੜੇ ਕਿ ਸਾਬਕਾ ਮੰਤਰੀ ਵੀ ਹੈਗੇ ਹੈ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਨੂੰ ਵੈਸਟ ਵਿੱਚੋਂ, ਜੀ ਹਾਂ ਲੁਧਿਆਣਾ ਵੈਸਟ ਚੋਂ ਇਹਨਾਂ ਨੂੰ ਅਕਾਲੀ ਦਲ ਦਾ ਉਮੀਦਵਾਰ ਘੋਸ਼ਿਤ ਕੀਤਾ। ਸੋ ਅਸੀਂ ਪਹਿਲਾਂ ਤਾਂ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਇਸ ਚੀਜ਼ 'ਤੇ। ਬਹੁਤ ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਰ ਪੁੱਛਣਾ ਚਾਹਾਂਗੇ ਕਿ ਤੁਸੀਂ ਹੁਣ ਤੁਹਾਨੂੰ ਸਰਕਾਰ ਇੱਕ ਅਕਾਲੀ ਦਲ ਨੇ ਜ਼ਿੰਮੇਵਾਰੀ ਸੌਂਪੀ ਹੈ, ਵੈਸਟ ਜ਼ੋਨ ਜਿਹੜਾ ਕਿ ਸਭ ਤੋਂ ਜ਼ਿਆਦਾ ਡਿਵੈਲਪ ਜ਼ੋਨ ਕਿਹਾ ਜਾਂਦਾ ਹੈ। ਸੋ ਤੁਸੀਂ ਕੀ ਵਿਜ਼ਨ ਲੈ ਕੇ ਆਏ ਹੋ? ਕਿੱਦਾਂ ਇਹ ਸਾਰੇ ਮਾਮਲੇ ਦੇ ਵਿੱਚ, ਜਿੱਦਾਂ ਕਿ ਵਿਪਕਸ਼ ਕਹਿੰਦਾ ਕਿ ਸਭ ਤੋਂ ਜ਼ਿਆਦਾ ਅਸੀਂ ਡਿਵੈਲਪਮੈਂਟ ਇੱਥੇ ਕਰਤੀ ਹੈ, ਜੇ ਡਿਵੈਲਪਮੈਂਟ ਹੀ ਇੰਨੀ ਹੋ ਚੁੱਕੀ ਹੈ ਫਿਰ ਤੁਸੀਂ ਕੀ ਡਿਵੈਲਪ ਕਰੋਗੇ? ਦੇਖੋ, ਮੈਂ ਸਮਝਦਾ ਕਿ ਡਿਵੈਲਪਮੈਂਟ ਦੀ ਡੈਫੀਨੇਸ਼ਨ ਜਿਹੜੇ ਕਹਿੰਦੇ ਆ ਕਿ ਅਸੀਂ ਕਰਤੀ, ਉਹਨਾਂ ਨੇ ਜਾਂ ਤਾਂ ਉਹ ਡਿਵੈਲਪਮੈਂਟ ਦੀ ਡੈਫੀਨੇਸ਼ਨ ਨਹੀਂ ਜਾਣਦੇ। ਜੀ, ਜੇ ਤਾਂ ਇੰਟਰਲੋਕਿੰਗ ਟੈਲਾਂ ਲੱਗਣ ਨਾਲ ਡਿਵੈਲਪਮੈਂਟ ਹੁੰਦੀ ਹੈ ਫਿਰ ਤਾਂ ਸ਼ਾਇਦ ਕਰਤੀ ਜੀ, ਪਰ ਜੇ ਡਿਵੈਲਪਮੈਂਟ ਸਹੀ ਹੋਵੇ ਤਾਂ ਉਹ ਕਾਹਦੀ ਹੁੰਦੀ ਹੈ? ਐਜੂਕੇਸ਼ਨ, ਹੈਲਥ, ਇਨਫਰਾਸਟਰਕਚਰ ਤੇ ਕੁਆਲਿਟੀ ਆਫ ਲਾਈਫ, ਡਰਿੰਕਿੰਗ ਵਾਟਰ ਦੀ ਅਵੇਲੇਬਿਲਟੀ, ਲਾਅ ਐਂਡ ਆਰਡਰ, ਸੇਫਟੀ ਐਂਡ ਸਿਕਿਉਰਿਟੀ, ਉਹ ਕੋਈ ਵੀ ਚੀਜ਼ ਐਗਜ਼ਿਸਟ ਨਹੀਂ ਕਰਦੀ। ਠੀਕ ਹੈ ਜੀ। ਇੱਕੋ ਗੱਲ ਮੈਂ ਪੁੱਛਦਾ ਭਾਰਤ ਭੂਸ਼ਣ ਆਸ਼ੂ ਜਿਹੜੇ ਮੰਤਰੀ ਰਹੇ ਨੇ 3 ਸਾਲ ਇੱਥੋਂ, ਕਿ ਉਹਨਾਂ ਨੇ ਇਹ ਆਪਣੇ ਕਾਰਜਕਾਲ ਵਿੱਚ ਕਿੰਨੇ ਸਕੂਲਾਂ ਨੂੰ ਅਪਗ੍ਰੇਡ ਕੀਤਾ, ਇੱਥੇ ਕਿੰਨੇ ਕਾਲਜਾਂ ਵਿੱਚ ਐਡੀਸ਼ਨਲ ਫੈਸਿਲਿਟੀਜ਼ ਦਿੱਤੀਆਂ, ਜਾਂ ਹੈਲਥ ਲਈ ਉਹਨਾਂ ਨੇ ਸਪੈਸ਼ਲ ਸਿਵਲ ਹਸਪੀਟਲ 'ਚ ਕੀ ਕੀਤਾ ਹੈ। ਠੀਕ ਹੈ ਜੀ। ਕਿਉਂਕਿ ਕਰੋਨਾ ਵਿੱਚ ਤਾਂ ਮਰੀਜ਼ ਐਂ ਤੜਫ ਰਹੇ, ਗੌਰਮੈਂਟ ਫੇਲ ਹੋਈ, ਤੇ ਫਿਰ ਇਹ ਡਿਵੈਲਪਮੈਂਟ ਹੈ। ਜੇ ਹੁਣ 4 ਸੜਕਾਂ ਤੇ ਇੰਟਰਲੋਕਿੰਗ ਪੱਟ ਕੇ ਨਵੀਂ ਇੰਟਰਲੋਕਿੰਗ ਆਪਣੇ ਬੰਦਿਆਂ ਦੀਆਂ ਕੰਪਨੀਆਂ ਤੋਂ ਖਰੀਦ ਕੇ ਲਾ ਦਿੱਤੀ ਤੇ ਇਹ ਡਿਵੈਲਪਮੈਂਟ ਹੋ ਗਈ। ਮੈਂ ਸਮਝਦਾ ਇਹ ਡਿਵੈਲਪਮੈਂਟ ਦਾ ਮਜ਼ਾਕ ਉਡਾਉਣ ਵਾਲੀ ਗੱਲ ਹੈ। ਠੀਕ ਹੈ ਜੀ। ਮਹੇਸ਼ਿੰਦਰ ਸਿੰਘ ਜੀ, ਇੱਕ ਤੁਹਾਡਾ ਬਹੁਤ ਜ਼ਿਆਦਾ ਰੁਤਬਾ ਹੈਗਾ ਔਰ ਤੁਹਾਡਾ ਇੱਕ ਸ਼ਹਿਰ ਦੇ ਵਿੱਚ ਇੱਕ ਆਪਣਾ ਔਰਾ ਹੈਗਾ। ਸੋ ਲੋਕਾਂ ਨੂੰ ਹਰ ਵਾਰੀ ਇਹ ਲੱਗਦਾ ਹੈ ਕਿ ਮਹੇਸ਼ਿੰਦਰ ਸਿੰਘ ਜੀ ਤੱਕ ਪਹੁੰਚ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਮਹੇਸ਼ਿੰਦਰ ਸਿੰਘ ਜੀ ਵੀ ਇੱਕ ਸਿਲੈਕਟਡ ਦਾਇਰੇ ਤੱਕ ਹੀ ਆਪਣੇ ਝੇਤਿਆਂ ਤੱਕ ਸੀਮਿਤ ਰਹਿ ਜਾਂਦੇ, ਆਮ ਜਨਤਾ ਤੱਕ ਨਹੀਂ ਪਹੁੰਚ ਪਾਉਂਦੇ। ਇੱਦਾਂ ਦੀ ਲੋਕਾਂ ਦੇ ਵਿੱਚ ਇੱਕ ਮਨ 'ਚ ਇੱਕ ਭਾਵਨਾ ਹੈਗੀ ਹੈ, ਇਹਦੇ ਬਾਰੇ ਕੀ ਕਹੋਗੇ? ਦੇਖੋ, ਇਹ ਭਾਵਨਾ ਮੇਰੇ ਵਿਰੋਧੀਆਂ ਦੀ ਹੈ ਜੀ, ਜਿਹੜੇ ਤੁਹਾਡੇ ਸਾਹਮਣੇ ਆ। ਮੈਨੂੰ ਪਾਰਲੀਮੈਂਟ ਦੀ ਟਿਕਟ 19 ਦਿਨ ਪਹਿਲਾਂ ਅਨਾਉਂਸ ਹੋਈ ਸੀ, 19 ਦਿਨ, ਤੇ ਜਿਹੜੇ 19 ਸਾਲਾਂ ਦੇ ਫਿਰਦੇ ਸੀਗੇ ਮੇਰੀਆਂ ਵੋਟਾਂ ਉਹਨਾਂ ਦੇ ਬਰਾਬਰ ਸੀ। ਠੀਕ ਹੈ ਜੀ। ਤੇ ਜੇ ਫਿਰ ਲੋਕਾਂ 'ਚ ਘੁੰਮਦਾ ਸੀ ਤਾਂ ਹੀ ਹੈ। ਤੇ ਆਪਾਂ ਹੁਣ ਜਿੱਥੇ ਬੈਠੇ ਇੱਥੇ, ਜਿਸ ਦਿਨ ਮੈਂ ਘਰ ਹੋਵਾਂ ਮੈਂ ਇੱਥੇ ਬੈਠਾ, ਮੇਰੇ ਤਾਂ ਬੈਲ ਵੀ ਮਾਰਨ ਦੀ ਲੋੜ ਨਹੀਂ ਹੁੰਦੀ। ਠੀਕ ਹੈ ਜੀ। ਹਰ ਬੰਦਾ ਆਉਂਦਾ। ਹੁਣ ਵੀ ਤੁਹਾਡੇ ਤੋਂ ਪਹਿਲਾਂ ਸਭ ਤੋਂ ਪਛੜੇ ਲੋਕਾਂ ਦਾ ਏਰੀਆ ਜਵਾਹਰ ਨਗਰ, ਉੱਥੋਂ ਦੀ ਸੰਗਤ ਬੈਠੀ ਗਈ ਹੈ ਜੀ। ਤੇ ਮੈਂ ਤਾਂ ਕਦੇ ਕਿਸੇ ਨੂੰ ਫਰਕ ਹੀ ਨਹੀਂ ਸਮਝਿਆ। ਮੇਰੇ ਲਈ ਹਰ ਬੰਦਾ ਬਰਾਬਰ ਹੈ, ਕਿਉਂਕਿ ਐਵਰੀ ਹਿਊਮਨ ਬੀਇੰਗ ਇਜ਼ ਇਕੁਅਲ।
ਉਹਦੇ ਨਾਲ ਉਹਦਾ ਵੱਡਾ ਛੋਟਾ ਉਹਨਾਂ ਧਨ ਦੇ ਨਾਲ ਨਹੀਂ ਹੁੰਦਾ ਬੰਦੇ ਦੇ ਗੁਣਾਂ ਨਾਲ ਹੁੰਦਾ। ਤੇ ਮੈਂ ਕਦੇ ਵੀ ਕਿਸੇ ਨੂੰ ਸਪੈਸ਼ਲ ਨਹੀਂ ਟਰੀਟ ਕੀਤਾ ਤੇ ਮੇਰੇ ਤਾਂ ਸਾਰੇ ਹੀ ਮਿੱਤਰ ਨੇ। ਠੀਕ ਹੈ ਸਰ, ਕੀ ਸਟ੍ਰੈਟਜੀ ਤੁਸੀਂ ਯੂਜ਼ ਕਰੋਗੇ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਦੂਸਰੇ ਜਿਹੜੇ ਆਪਣੇ ਵਿਰੋਧੀ ਧਿਰ ਹੈਗੇ ਆ, ਜਿਹੜੇ ਸੱਤਾਧਾਰੀ ਹੈਗੇ, ਉਹ ਕਹਿੰਦੇ ਸਾਡੇ ਤਾਂ ਕੰਮ ਹੀ ਇੰਨੇ ਬੋਲਦੇ ਆ ਕਿ ਸਾਹਮਣੇ ਕੋਈ ਖੜ ਹੀ ਨਹੀਂ ਸਕਦਾ, ਸਾਡੇ ਵੱਲੋਂ ਤਾਂ ਮਤਲਬ ਜਿਹੜਾ ਮਰਜ਼ੀ ਆ ਜਾਏ, ਸਾਰੇ ਪਾਸੇ ਇੱਕ ਪਾਸੇ, ਸਾਡਾ ਤਾਂ ਪਿਛਲਾ ਮਾਰਜਨ ਹੀ ਇੰਨਾ ਸੀ ਕਿ ਕੋਈ ਜਿੱਤ ਹੀ ਨਹੀਂ ਸਕਦਾ। ਮੈਂ ਇਹ ਵੀ ਦੇਖੇ ਆ ਜਿਹੜੇ ਲੋਕਾਂ ਦੇ ਨਾ ਇਦੋਂ ਵੀ ਵੱਧ ਮਾਰਜਨ ਸੀਗੇ ਜੀ, ਉਹ ਅਗਲੀ ਵਾਰ ਲੱਭੇ ਨਹੀਂ ਗਏ। ਜੇ ਮਿਸਿਸ ਇੰਦਰਾ ਗਾਂਧੀ ਹਾਰ ਸਕਦੀ ਹੈ ਰਾਏਬਰੇਲੀ ਤੋਂ, ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਜੀ ਹਾਰ ਸਕਦੇ ਆ 1985 ਵਿੱਚ, ਤੇ ਇਹ ਤਾਂ ਕਿਹੜੇ ਬਾਗ ਦੀ ਮੂਲੀ ਨੇ ਕਿਤੇ ਵੀ ਨਹੀਂ ਗੱਲ ਕੀਤੀ। ਸਰ, ਇੱਕ ਚੀਜ਼ ਪੁੱਛਣਾ ਚਾਹਾਂਗੇ ਕਿ ਲੋਕਾਂ ਦੇ ਵਿੱਚ ਤੁਸੀਂ ਐਜ਼ ਏ ਐਡਵੋਕੇਟ ਵੀ ਹੈਗੇ ਹੋ, ਸੋ ਤੁਹਾਡਾ ਐਕਸਪਰਟ ਵੀ ਬਹੁਤ ਵਿਊ ਰੱਖਦਾ ਹੈਗਾ। ਅਸੀਂ ਇਹ ਪੁੱਛਣਾ ਚਾਹਾਂਗੇ, ਜਦ ਦੇ ਅਨਾਊਂਸਮੈਂਟ ਹੋਈ ਹੈ ਐਜ਼ ਏ ਕੈਂਡੀਡੇਟ ਤੁਹਾਡੀ, ਤੁਸੀਂ ਕੀ ਇੱਕ ਪ੍ਰੈਸ ਕਾਨਫਰੰਸ ਦੇ ਇਲਾਵਾ ਕੁਝ ਨਹੀਂ ਕੀਤਾ, ਜਦ ਕਿ ਤੁਹਾਨੂੰ ਤਾਂ ਪੂਰਾ ਇਸ ਟਾਈਮ ਮੌਕਾ ਮਿਲਿਆ, ਜਿਵੇਂ ਪਿਛਲੀ ਵਾਰੀ ਜੇ 19 ਦਿਨ ਪਹਿਲਾਂ ਮਿਲਿਆ ਸੀ ਤੇ ਸਰਕਾਰ ਨੇ ਸ਼ਾਇਦ ਕਿਤੇ ਨਾ ਕਿਤੇ ਇਸ ਸਾਲ ਪਹਿਲਾਂ ਹੀ ਮੌਕਾ ਦਿੱਤਾ ਕਿ ਲਓ ਜੀ ਭੱਜੋ ਹੁਣ ਫੁੱਲ ਸਪੀਡ ਤੇ ਤੁਸੀਂ ਹਜੇ ਤੱਕ ਕੋਈ ਨਹੀਂ ਦੇਖਿਆ, ਕੋਈ ਸ਼ਹਿਰ 'ਚ ਖਲਬਲਾਹਟ ਜੀ ਨਹੀਂ ਪੈਦਾ ਕੀਤੀ। ਤੁਹਾਡਾ ਤਾਂ ਇੱਕ ਲੈਟਰ ਐਜ਼ ਏ ਐਡਵੋਕੇਟ 'ਚ ਤੁਸੀਂ ਬਹੁਤ ਸਾਰੇ, ਤੁਹਾਡੇ ਕੋਲ ਮਲਹਾਰ ਰੋਡ ਹੈ, ਤੁਹਾਡੇ ਕੋਲ ਸਰਾਭਾ ਨਗਰ ਹੈ, ਵੈਸਟ ਜ਼ੋਨ ਪੂਰਾ ਹੈਗਾ, ਸੋ ਤੁਸੀਂ ਇਹਨਾਂ ਦੇ ਕੰਮਾਂ ਤੋਂ ਸੈਟੀਸਫਾਈਡ ਹੋ? ਤੁਸੀਂ ਹਜੇ ਤੱਕ ਕੁਝ ਵੀ ਸਵਾਲ ਜਵਾਬ ਨਹੀਂ ਸ਼ੁਰੂ ਕੀਤੇ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪਹਿਲੀ ਗੱਲ, ਇਲੈਕਸ਼ਨ ਮੈਰਾਥਨ ਦੌੜ ਹੁੰਦੀ ਹੈ, 100 ਮੀਟਰ ਦੀ ਦੌੜ ਨਹੀਂ ਹੁੰਦੀ। ਠੀਕ ਹੈ ਜੀ। ਇਹ ਗੱਲ ਸਾਰੀ ਸਿਸਟਮੈਟਿਕਲੀ ਚੱਲਦੀ ਹੁੰਦੀ ਹੈ। ਅੱਜ 3 ਦਿਨ ਹੋਏ ਆ ਅਨਾਊਂਸ ਹੋਏ ਨੂੰ। ਅੱਜ ਵੀ ਮੈਂ ਦਿੱਲੀ ਜਾਣਾ ਸੀ, ਇਹਦਾ ਇਸ ਕਰਕੇ ਤਿਆਰ ਆ। ਨਹੀਂ, ਇੱਥੇ ਸੰਗਤ 2 ਦਿਨ ਇੰਨੀ ਰਹੀ ਆ, ਸਵੇਰ ਤੋਂ ਸ਼ਾਮ ਤੱਕ ਸੈਂਕੜੇ ਲੋਕ ਵਧਾਈਆਂ ਦੇਣ ਆਏ ਨੇ, ਹਜ਼ਾਰਾਂ ਟੈਲੀਫੋਨ ਆਏ ਨੇ। ਤੇ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਕਿ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਜਿਹੜਾ ਆਲਰੇਡੀ ਇਲਾਕਾ ਸਾਰੇ ਸ਼ਹਿਰ ਨਾਲੋਂ ਸਾਫ਼ ਸੁਥਰਾ ਸੀ, ਉਹਨੂੰ ਪੱਟ ਕੇ ਦੁਬਾਰਾ ਸਾਫ਼ ਸੁਥਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਸਮਾਰਟ ਸਿਟੀ ਡਜ਼ਨਟ ਮੀਨ ਕਿ ਤੁਸੀਂ ਬਣੇ ਹੋਏ ਨੂੰ ਢਾਹ ਕੇ ਦੁਬਾਰਾ ਬਣਾਓ। ਇਹ ਪਬਲਿਕ ਮਨੀ ਹੈ, ਵੇਸਟੇਜ ਹੈ। ਐਂਡ ਅੱਜ ਲੋੜ ਕੀ ਸੀਗੀ ਕਿ ਰੋਡਸ ਵਾਈਡਨ ਕੀਤੀਆਂ ਜਾਣ ਵਧੇ ਹੋਏ ਟ੍ਰੈਫਿਕ ਕਰਕੇ। ਇਹਨਾਂ ਨੇ ਰੋਡਸ ਉਦੋਂ ਵੀ ਤੰਗ ਕਰਤੀਆਂ ਤੇ ਤੰਗ ਕਰਕੇ ਵੀ ਉਹ ਤੁਸੀਂ ਦੇਖਿਆ ਕਿ ਕਿਵੇਂ ਉਹਨਾਂ ਨੇ ਉਹ 'ਚ ਬੰਪ ਜੇ ਬਣਾਤੇ ਇੰਟਰਲੋਕਿੰਗ ਟੈਲਾਂ ਨਾਲ। ਇਹ ਗੱਲਾਂ ਚੱਲਦੀਆਂ ਹੁੰਦੀਆਂ ਨੇ ਜਿੱਥੇ ਟ੍ਰੈਫਿਕ ਕੰਟਰੋਲ ਹੋਵੇ, ਜਿੱਥੇ ਲੋਕ, ਜਿਵੇਂ ਆਕਸਫੋਰਡ ਸਟਰੀਟ ਆ ਲੰਡਨ ਵਿੱਚ, ਕਿ ਲੋਕ ਪਾਰਕਿੰਗ 'ਚ ਪਾਰ ਕਰਕੇ ਤੇ ਸ਼ਾਪਿੰਗ ਲਈ ਪੈਦਲ ਜਾਂਦੇ ਨੇ। ਇੱਥੇ ਉਹ ਗੱਲ ਨਹੀਂ ਹੋਣੀ। ਇਹ ਲੁਧਿਆਣਾ ਹੈ, ਇੱਥੇ ਹਰ ਬੰਦੇ ਨੇ ਆਪਣੀ ਦੁਕਾਨ ਤੱਕ ਸਾਹਮਣੇ ਤੱਕ ਕਾਰ ਲੈ ਜਾਣੀ ਆ। ਤੇ ਜਿਹੜਾ ਹੁਣ ਇਹਨਾਂ ਨੇ ਸਰਾਭਾ ਨਗਰ 'ਚ ਵੀ ਇਕੱਲੀ ਮਲਹਾਰ ਰੋਡ ਹੈ, ਦੱਸੋ ਕਿੰਨਾ ਪੈਸਾ ਲਾਇਆ ਯਾਰ ਇੱਕ ਸੜਕ ਤੇ। ਇਹ ਕਿਉਂ ਨਹੀਂ ਜਵਾਹਰ ਨਗਰ ਕੈਂਪ 'ਚ ਲੱਗ ਸਕਦਾ ਸੀ? ਇਹ ਕਿਉਂ ਨਹੀਂ ਹੈਬੋਵਾਲ ਲੱਗ ਸਕਦਾ ਸੀ? ਕਿਉਂ ਨਹੀਂ ਇਹ ਬਾੜੇਵਾਲ ਲੱਗ ਸਕਦਾ ਸੀਗਾ? ਕਿਉਂ ਨਹੀਂ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਜਾ ਸਕਦੇ ਸੀ? ਕਿਉਂ ਨਹੀਂ ਗਰੀਬਾਂ ਨੂੰ ਆਟੇ ਦੇ ਨਾਲ ਦਾਲ ਵੀ ਦਿੱਤੀ ਜਾ ਸਕਦੀ ਸੀਗੀ, ਬਿਜਲੀ ਸਸਤੀ ਦਿੱਤੀ ਜਾ ਸਕਦੀ ਸੀ? ਪਰ ਨਹੀਂ ਜੀ, ਕਰੋੜਾਂ ਰੁਪਇਆ ਦਾ ਮੈਂ ਤਾਂ ਇਹਨੂੰ ਗਵਨ ਕਹੂੰਗਾ, ਗਵਨ ਹੋ ਰਿਹਾ। ਸਰ, ਤੁਸੀਂ ਸਰਾਭਾ ਨਗਰ ਦੀ ਮਲਹਾਰ ਰੋਡ ਦੀ ਗੱਲ ਕੀਤੀ। ਅਸੀਂ ਇੱਕ ਕਾਰਪੋਰੇਸ਼ਨ ਨੂੰ ਜਨਹਿਤੈਸ਼ੀ ਟੀਮ ਵੱਲੋਂ ਇੱਕ ਅਸੀਂ ਆ PIL ਆਈ ਸੀ, ਅਸੀਂ ਮੰਗੀ ਸੀ ਡਿਮਾਂਡ, ਤੇ ਸਾਨੂੰ ਇੱਕ ਜਵਾਬ ਆਇਆ। ਅਸੀਂ ਇਹਨਾਂ ਨੂੰ ਇਹ ਪੁੱਛਿਆ ਸੀਗਾ ਕਿ ਕੀ ਇਹ ਕਮਰਸ਼ੀਅਲ ਹੈਗੀ ਹੈ, ਤੇ ਸਾਨੂੰ ਆ ਜਵਾਬ ਆਇਆ। ਇਹਨੂੰ ਦੇਖ ਕੇ ਤੁਸੀਂ ਦੱਸ ਸਕਦੇ ਹੋ, ਕਿਉਂਕਿ ਤੁਸੀਂ ਕਾਰਪੋਰੇਸ਼ਨ ਦੇ ਔਰ ਐਜ਼ ਏ ਐਡਵੋਕੇਟ ਵੀ ਰਹੇ ਹੋ ਔਰ ਪੂਰਾ ਰਾਜਨੀਤਿਕ ਵੀ ਰਹੇ ਹੋ, ਕਿ ਕੀ ਮਲਹਾਰ ਰੋਡ ਕਮਰਸ਼ੀਅਲ ਹੋ ਚੁੱਕੀ ਹੈ ਸਾਨੂੰ, ਜਦ ਕਿ ਉਹਨਾਂ ਨੇ ਆ ਭੇਜਿਆ? ਦੇਖੋ, ਜਿਹੜਾ ਤੁਹਾਡਾ ਕਾਗਜ਼ ਹੈ ਇਹਦੇ ਮੁਤਾਬਕ ਤਾਂ ਇਹ ਰਿਕਮੈਂਡੇਸ਼ਨ ਹੈ ਜਿਹੜੀ ਜੀ ਕਾਰਪੋਰੇਸ਼ਨ ਵੱਲੋਂ ਗਵਰਨਮੈਂਟ ਨੂੰ ਭੇਜੀ ਗਈ ਹੈ। ਠੀਕ ਹੈ ਜੀ। ਇਸ ਵਿੱਚ ਕਿਤੇ ਵੀ ਗਵਰਨਮੈਂਟ ਦਾ ਜਿਹੜਾ ਪ੍ਰੋਸੀਜਰ ਫੋਲੋ ਕਰਨ ਤੋਂ ਬਾਅਦ ਜੀ ਸੈਂਕਸ਼ਨ ਹੁੰਦੀ ਹੈ ਜੀ, ਉਹ ਨਹੀਂ ਇਹਦੇ 'ਚ ਮੈਨੂੰ ਕਿਤੇ ਨਜ਼ਰ ਆ ਰਹੀ। ਗਜ਼ਟ ਜਿਹਨੂੰ ਕਹਿੰਦੇ ਨਹੀਂ, ਗਜ਼ਟ ਨਹੀਂ ਜੀ। ਜੀ, ਜਿਹੜੀਆਂ ਇੰਪਰੂਵਮੈਂਟ ਟਰਸਟ ਦੀਆਂ ਸਕੀਮਾਂ ਨੇ ਨਾ, ਜਿਵੇਂ ਤੁਹਾਡਾ ਮਲਹਾਰ ਰੋਡ ਸਰਾਭਾ ਨਗਰ ਸਕੀਮ ਦਾ ਹਿੱਸਾ ਹੈ ਜੀ। ਇਹ ਸੈਕਸ਼ਨ 43 ਵਿੱਚ ਜਿੰਨਾ ਚਿਰ ਸਕੀਮ ਨਾ ਅਮੈਂਡ ਕੀਤੀ ਜਾਵੇ ਗਵਰਨਮੈਂਟ ਵੱਲੋਂ, ਉਹਨਾਂ ਚਿਰ ਇਹਦੇ ਵਿੱਚ ਕੋਈ ਚੇਂਜ ਨਹੀਂ ਹੋ ਸਕਦੀ ਜੀ। ਇਹ ਇਕੱਲੇ ਇੱਕ ਆਫਿਸ ਆਰਡਰ ਨਾਲ ਨਹੀਂ ਹੋ ਸਕਦੇ। ਓਕੇ ਜੀ। ਹਾਂ ਸਰ, ਚਲੋ ਇਹ ਵੀ ਤੁਹਾਡੀ ਗੱਲ ਠੀਕ ਹੈ। ਇਹਦੇ ਵਿੱਚ ਹੀ ਇੱਕ ਚੀਜ਼ ਹੋਰ ਵੀ ਇਹਨਾਂ ਨੇ ਲਿਖੀ ਹੋਈ ਹੈ। ਇਹਨਾਂ ਨੇ ਆ 4 ਰੋਡਸ ਦਾ ਲਿਖਿਆ ਹੋਇਆ। ਤੁਹਾਨੂੰ ਐਕਸਪਰਟ, ਤੁਸੀਂ ਸਾਡੇ ਤੋਂ ਐਜ਼ ਏ ਐਡਵੋਕੇਟ ਵੀ ਹੋ, ਸੋ ਤੁਹਾਡੀ ਇੱਕ ਜ਼ਿਆਦਾ ਵਿਜ਼ਨਰੀ ਹੈਗਾ। ਇਹਨਾਂ ਨੇ ਸਰਾਭਾ ਨਗਰ, ਇਹਨਾਂ ਨੇ ਲਿਖਿਆ ਹੋਇਆ ਦਾ ਕਨਵਰਸ਼ਨ ਆਫ ਲੈਂਡ ਯੂਜ਼ ਮੇ ਬੀ ਅਲਾਉਡ ਫॉर ਦਾ ਫੋਲੋਇੰਗ 4 ਰੋਡਸ ਰਿਕਮੈਂਡਡ ਬਾਈ MC ਲੁਧਿਆਣਾ। ਇਹਦੇ ਵਿੱਚ ਇਹਨਾਂ ਨੇ ਮਲਹਾਰ ਰੋਡ ਦੀ ਡਿਸਕ੍ਰਿਪਸ਼ਨ ਦਿੱਤੀ ਹੈ, ਮਾਲ ਟਾਊਨ ਦੀ ਡਿਸਕ੍ਰਿਪਸ਼ਨ ਦਿੱਤੀ ਹੈ, ਡੁਗਰੀ ਰੋਡ ਦੀ ਦਿੱਤੀ ਹੈ, ਸਰਾਭਾ ਨਗਰ ਰੋਡ ਦੀ ਦਿੱਤੀ ਹੈ। ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਅਸੀਂ
ਸਰਾਭਾ ਨਗਰ ਰੋਡ ਦੀ ਡਿਸਕ੍ਰਿਪਸ਼ਨ, ਮਲ੍ਹਾਰ ਰੋਡ ਦੀ ਡਿਸਕ੍ਰਿਪਸ਼ਨ ਲੈ ਸਕਦੇ ਹਾਂ? ਨਹੀਂ, ਇਹ ਬੜੀ ਵੇਗ ਡਿਸਕ੍ਰਿਪਸ਼ਨ ਹੈ, ਬੜੀ ਵੇਗ। ਮੈਨੂੰ ਇਹ ਸਮਝ ਆ ਰਿਹਾ ਕਿ ਸਰਾਭਾ ਨਗਰ ਰੋਡ ਕਿਹੜੀ ਹੈ, ਮੈਂ ਆਇਡੈਂਟੀਫਾਈ ਕਰਨੀ ਹੋਵੇ। ਜੇ ਇਹ ਸਰਾਭਾ ਨਗਰ ਆ ਸਾਹਮਣੇ ਲਿਖਿਆ ਹੋਇਆ ਇਹਨਾਂ ਨੇ, ਸਟਾਰਟਿੰਗ ਟੀ ਪੁਆਇੰਟ ਫਿਰੋਜ਼ਪੁਰ ਰੋਡ ਆਪੋਜ਼ਿਟ PAU ਟੂ ਦੁਰਗਾ ਮਾਤਾ ਮੰਦਿਰ ਵਾਲੀ ਮਾਰਕੀਟ। ਨਹੀਂ ਦੇਖੋ, ਉਹ ਜਿਹੜਾ ਹੈਗਾ ਇਹ ਮੈਂ ਸਮਝਦਾ ਹੈਗਾ ਕਿ ਇਹ ਪਹਿਲੀ ਗੱਲ ਬਿਲਕੁਲ ਗਲਤ ਹੈ ਜੀ, ਕਿਉਂਕਿ ਇਹ ਇੰਪਰੂਵਮੈਂਟ ਟਰਸਟ ਦੀ ਸਕੀਮ ਹੈ ਜੀ। ਇਹਦੇ ਵਿੱਚ ਕਾਰਪੋਰੇਸ਼ਨ ਕੋਈ ਚੇਂਜ ਹੀ ਨਹੀਂ ਕਰ ਸਕਦੀ ਜੀ। ਇਹਦੇ ਵਿੱਚ ਰੈਜ਼ੋਲੂਸ਼ਨ ਇੰਪਰੂਵਮੈਂਟ ਟਰਸਟ ਦਾ ਚਾਹੀਦਾ। ਠੀਕ ਹੈ ਜੀ। ਸੋ ਮੈਂ ਉਹੀ ਪੁੱਛ ਰਿਹਾ, ਚਲੋ ਜੇ ਇਹ ਕਰ ਵੀ ਰਹੇ ਹੋਣ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਸਿਰਫ ਕੀ ਸਰਾਭਾ ਨਗਰ ਰੋਡ ਜਿਹੜੀ ਇਹਨਾਂ ਨੇ ਡਿਸਕ੍ਰਿਪਸ਼ਨ ਦਿੱਤੀ, ਜਿਨ੍ਹਾਂ ਕੋਲ ਜੂਰਿਸਡਿਕਸ਼ਨ ਹੀ ਨਹੀਂ ਗੀ, ਜੀ, ਜਿਹੜੀਆਂ ਸਕੀਮਾਂ ਇੰਪਰੂਵਮੈਂਟ ਟਰਸਟ ਦੀਆਂ ਨੇ ਉਹਨਾਂ ਦੀਆਂ ਬਿਲਡਿੰਗ ਐਕਟੀਵਿਟੀਜ਼ ਕਾਰਪੋਰੇਸ਼ਨ ਨੂੰ ਟ੍ਰਾਂਸਫਰ ਹੋਈਆਂ ਨੇ, ਜੀ, ਉਹ ਮਤਲਬ ਨਕਸ਼ਾ ਪਾਸ ਕਰ ਸਕਦੇ ਨਹੀਂ ਕਰ ਸਕਦੇ, ਜੀ। ਲੈਂਡ ਯੂਜ਼ ਚੇਂਜ ਕਰਨ ਲਈ ਉਹਦੇ 'ਚ ਅਥਾਰਟੀ ਕੇਵਲ ਇੰਪਰੂਵਮੈਂਟ ਟਰਸਟ ਕੋਲ ਹੀ ਹੈ। ਬਿਲਕੁਲ ਠੀਕ ਹੈ। ਨਾ ਕਿ ਗੱਲ। ਤੇ ਇਹਨਾਂ ਨੇ ਆ ਇੱਕ ਸਾਨੂੰ ਭੇਜਿਆ, ਆ ਤੁਹਾਡੇ ਹਿਸਾਬ ਨਾਲ ਜੋ ਚਿੱਠੀ ਲਗਾ ਕੇ ਕਵਰੇਜ ਲੈਟਰ ਲਾ ਕੇ, ਸੋ ਇਹਦੇ ਤੇ ਆਪਾਂ ਕੀ ਸਮਝ ਸਕਦੇ ਹਾਂ? ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਲਿਖ ਕੇ ਇਹਨਾਂ ਨੇ ਇੱਕ ਰეკਮੈਂਡੇਸ਼ਨ ਕੀਤੀ ਸੀ। ਸੋ ਆ ਲੋਕ ਉਹਦੇ ਵਿੱਚ ਮੀਟਿੰਗ ਦੇ ਵਿੱਚ ਸੀਗੇ ਜੀ, ਸੋ ਆ ਲੋਕ ਮੀਟਿੰਗ ਦੇ ਵਿੱਚ ਸੀਗੇ। ਇਹਨਾਂ ਨੇ ਇੱਕ ਰეკਮੈਂਡੇਸ਼ਨ ਭੇਜੀ MCs ਨੂੰ ਸਾਰਿਆਂ ਨੂੰ ਕਰਕੇ। ਸੋ ਇਹ ਅਸੀਂ ਪੁੱਛਣਾ ਚਾਹਾਂਗੇ ਕਿ ਇਹ ਜਨਤਾ ਨਾਲ ਦੇਖੋ, ਇਹ ਆ ਜਿਹੜੀ ਆ ਤੁਸੀਂ ਚਿੱਠੀ ਦਿਖਾ ਰਹੇ ਹੋ ਇਹਦਾ ਕੋਈ ਮੈਸੇਜ ਮੇਰੇ ਹਿਸਾਬ ਨਾਲ ਨਹੀਂ ਕਨਵੇ ਕਰਦੀ। ਨਹੀਂ ਕਰਵੇਗਾ। ਸੋ ਤੁਹਾਡੇ ਹਿਸਾਬ ਨਾਲ ਸਰਕਾਰ ਜਨਤਾ ਨੂੰ ਕੀ ਕਰ ਰਹੀ ਹੈ? ਮਿਸਗਾਈਡ ਕਰ ਰਹੀ ਹੈ। ਮਿਸਗਾਈਡ ਬਿਲਕੁਲ ਮਿਸਗਾਈਡ। ਸੋ ਤੁਸੀਂ ਹੁਣ ਐਜ਼ ਏ ਕੈਂਡੀਡੇਟ ਹੋ, ਵਿਪਕਸ਼ ਹੋ, ਤੁਸੀਂ ਇਸ ਮਾਮਲੇ ਨੂੰ ਕੀ ਕਰੋਗੇ? ਜਨਤਾ ਨੂੰ ਕੀ ਜਨਤਾ ਐਦਾਂ ਹੀ ਉਹਨਾਂ ਦਾ ਸ਼ੋਸ਼ਣ ਹੁੰਦਾ ਰਹੇਗਾ? ਦੇਖੋ, ਜਨਤਾ ਦਾ ਇਹਨਾਂ ਨੇ ਸ਼ੋਸ਼ਣ ਇੱਕ ਥਾਂ ਨਹੀਂ ਕੀਤਾ, ਤੁਹਾਡੇ ਸਾਹਮਣੇ ਆ ਕਿ ਇੰਪਰੂਵਮੈਂਟ ਟਰਸਟ ਦਾ ਇੱਕ ਇਹਨਾਂ ਨੇ ਚੰਕ ਆਫ ਲੈਂਡ 16,000 ਗਜ਼ ਵੇਚਤੀ ਜੀ। ਜਦ ਰੌਲਾ ਪਾਇਆ ਤੇ ਉਹਨਾਂ ਨੇ ਕੈਂਸਲ ਕਰਤੀ ਜੀ। ਹੁਣ ਉਹ ਕੈਂਸਲ ਕਰਨਾ ਤਾਂ ਨਹੀਂ ਮਸਲਾ ਹੱਲ ਹੁੰਦਾ। ਬਿਲਕੁਲ ਠੀਕ ਹੈ। ਪਹਿਲੀ ਗੱਲ ਹੈ ਕਿ ਉਹ ਕੀਤਾ ਕਿਉਂ ਜੀ, ਹੂ ਆਲ ਪੀਪਲ ਆਰ ਬਿਹਾਈਂਡ ਦੈਟ। ਠੀਕ ਹੈ ਜੀ। ਫਿਰ ਉਹ ਇਲੀਗੈਲਿਟੀ ਬੜੀ ਵੱਡੀ ਹੋਈ ਹੈ ਜੀ। ਉਦੋਂ ਬਾਅਦ ਇੱਕ ਨਹੀਂ ਕਿ ਕਈ ਥਾਵਾਂ ਤੇ ਇੱਥੇ ਜਿਵੇਂ ਓਰੀਐਂਟ ਸਿਨੇਮਾ ਹੈਗਾ ਜੀ, ਓਰੀਐਂਟ ਸਿਨੇਮਾ ਰਿਜ਼ਿਊਮ ਹੋ ਚੁੱਕਾ ਸੀ ਜੀ। ਰਿਜ਼ਿਊਮ ਨੂੰ ਰਿਸਟੋਰ ਕਰਨ ਤੋਂ ਬਾਅਦ ਇਮੀਡੀਏਟਲੀ ਮੰਤਰੀ ਜੀ ਦੇ ਚਹੇਤਿਆਂ ਨੇ ਉਹਨਾਂ ਨੂੰ ਲੈ ਲਿਆ। ਦੇਖੋ, ਇਹ ਬਹੁਤ ਵੱਡੇ ਸਕੈਂਡਲ ਨੇ, ਸਕੈਮ ਨੇ ਜਿਹੜੇ ਸਾਰੇ ਨਿਕਲਣਗੇ। ਓਕੇ, ਸੋ ਤੁਸੀਂ ਇਹ ਸਾਰੇ ਸਕੈਂਡਲਾਂ ਲਈ ਦੇ ਅਗੇਂਸਟ ਕਾਰਵਾਈ ਕਰੋਗੇ? ਦੇਖੋ, ਜਿੱਥੇ ਵੀ ਆ ਸਰਾਭਾ ਨਗਰ ਵਿੱਚ ਸਕੂਲ ਸਾਈਟ ਨੂੰ ਲੈਂਡ ਅਲਾਟਮੈਂਟ ਦੇ ਅਗੇਂਸਟ ਯੂਜ਼ ਕੀਤਾ ਗਿਆ, ਉਹ ਸਾਰੀਆਂ ਚੀਜ਼ਾਂ ਧਿਆਨ 'ਚ ਨੇ। ਲੋਕਾਂ ਨੇ, ਪੰਜਾਬ ਦਿਆਂ ਨੇ ਚਾਹੇ ਤਾਂ ਸਰਕਾਰ ਸਾਡੀ ਬਣੀ, ਉਹਨਾਂ ਤੇ ਸਾਰਿਆਂ ਦੇ ਕਾਨੂੰਨੀ ਕਾਰਵਾਈ ਕਰੀ ਜਾਊਗੀ। ਨਹੀਂ ਸਰ, ਉਹ ਤਾਂ ਸਰਕਾਰ ਬਣੇ ਤੇ ਹੈ, ਪਰ ਹਜੇ ਤਾਂ ਤੁਹਾਡੇ ਕੋਲ ਏਜੰਡੇ ਹੈਗੇ ਆ, ਤੁਸੀਂ ਪਬਲਿਕ ਨੂੰ ਅਵੇਅਰ ਕਰੋਗੇ? ਪਬਲਿਕ ਨੂੰ ਤਾਂ ਜੀ ਅਸੀਂ ਹਰ ਥਾਂ ਹੀ ਰੋਜ਼ ਹੀ ਅਵੇਅਰ ਕਰਦੇ ਹਾਂ, ਅਸੀਂ ਤਾਂ ਰੋਜ਼ ਰੌਲਾ ਪਾਈ ਜਾਂਦੇ ਹਾਂ ਕਿ ਖਾ ਗਏ ਜੀ, ਲੁੱਟ ਗਏ। ਤੇ ਇਹ ਅਫਸੋਸ ਇਹ ਹੈ ਨਾ ਕਿ ਇਹ ਜਿਹੜੇ ਉੱਪਰ ਰਾਖੀ ਵਾਲੇ ਬੈਠੇ ਆ ਉਹ ਚੋਰ ਤੇ ਚੌਂਕੀਦਾਰ ਰਲੇ ਹੋਏ ਨੇ। ਠੀਕ ਹੈ ਜੀ। ਇਸ ਵੇਲੇ ਤਾਂ ਇਹ ਸਥਿਤੀ ਹੋਈ ਪਈ ਹੈ ਨਾ, ਤੁਹਾਡੇ ਸਾਹਮਣੇ ਹੀ ਹੈ। ਤੇ ਪਰ ਫਿਰ ਵੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਕਦੇ ਕੋਤਾਹੀ ਨਹੀਂ ਕਰਾਂਗੇ। ਸਰ, ਲੋਕਾਂ 'ਚ ਕਿਹਾ ਜਾ ਰਿਹਾ ਕਿ ਪਿਛਲੇ 5 ਸਾਲ ਤੋਂ ਕਾਂਗਰਸ ਹੈ, ਜਦ ਕਿ ਉਸ ਤੋਂ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਸੀਗੀ। ਪੂਰਾ ਬਹੁਤ ਅੱਛੇ ਤੁਸੀਂ ਲੋਕਾਂ ਨੇ ਕੰਮ ਵੀ ਕੀਤੇ, ਪਰ ਪਿਛਲੇ 4.5 ਸਾਲ ਅਕਾਲੀ ਦਲ ਇੱਕਦਮ ਸ਼ਾਂਤ ਬੈਠਾ ਸੀ ਔਰ ਅੱਜ 6 ਮਹੀਨਿਆਂ ਤੋਂ ਤੁਸੀਂ ਸਾਰੇ ਐਕਟਿਵ ਹੋਏ ਆ। ਲੋਕਾਂ 'ਚ ਇਹ ਹੈ ਕਿ 4.5 ਸਾਲ ਜਿਹੜਾ ਚੁੱਪ ਰਹੇ, ਉਸ 'ਚ ਅਕਾਲੀ ਦਲ ਗਾਇਬ ਹੀ ਹੋ ਗਿਆ ਲੋਕਾਂ ਦੇ ਜ਼ਿਹਨ 'ਚੋਂ। ਇਹ ਕਿਉਂ? ਇੱਦਾਂ ਦੀ ਕੀ ਗੱਲ? ਮੇਰੇ ਹਿਸਾਬ ਨਾਲ ਇਹ ਵੀ ਬਹੁਤ ਵੱਡਾ ਭੁਲੇਖਾ ਹੈ ਜੀ। 2017 'ਚ ਗਵਰਨਮੈਂਟ ਬਦਲੀ ਹੈ ਜੀ, 19 ਵਿੱਚ ਅਸੀਂ ਪਾਰਲੀਮੈਂਟ ਚੋਣ ਲੜੇ ਹਾਂ, ਉਦੋਂ 6 ਮਹੀਨਾ ਪਹਿਲਾਂ ਸਾਡੀ ਪੂਰੀ ਐਕਟੀਵਿਟੀ ਸ਼ੁਰੂ ਹੋ ਗਈ ਹੈ ਜੀ। ਇਹ 4 ਸਾਲ 'ਚ ਸਾਡੀਆਂ ਵੱਡੀਆਂ ਕਾਨਫਰੰਸਾਂ ਹੋਈਆਂ ਨੇ। ਗਵਰਨਮੈਂਟ ਹਟਣ ਤੋਂ ਬਾਅਦ ਹੀ ਸਾਡੀ ਸਭ ਤੋਂ ਪਹਿਲੀ ਕਾਨਫਰੰਸ ਅਬੋਹਰ ਹੋਈ, ਫਿਰ ਫਰੀਦਕੋਟ ਹੋਈ, ਫਿਰ ਪਟਿਆਲੇ ਹੋਈ, ਜਿੱਥੇ ਲੱਖਾਂ ਦਾ ਇਕੱਠ ਸੀ। ਅਕਾਲੀ ਦਲ ਇੱਕ ਇਹੋ ਜਿਹੀ ਵਾਹਦ ਪੋਲੀਟੀਕਲ ਪਾਰਟੀ ਹੈ ਜਿਹੜੀ ਹਮੇਸ਼ਾ ਹੀ ਲੋਕ ਹਿੱਤਾਂ ਲਈ ਲੜਾਈ ਲੜਦੀ ਰਹਿੰਦੀ ਹੈ। ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ, ਸਰਕਾਰਾਂ ਜਾਂਦੀਆਂ ਰਹਿੰਦੀਆਂ ਨੇ, ਉਹਨਾਂ ਨੇ ਸਰਕਾਰਾਂ ਨਾਲ ਕਦੇ ਨਹੀਂ ਆਪਣੀ ਪਾਰਟੀ ਦਾ ਸੰਬੰਧ ਰੱਖਿਆ। ਉਹਨਾਂ ਨੇ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦੇ ਲੋਕਾਂ ਦਾ ਹਿੱਤ ਕੀਤੀ ਗੱਲ। ਸਰ, ਲੋਕਾਂ ਦੇ ਵਿੱਚ ਇਹ ਵੀ ਮੈਸੇਜ ਹੈਗਾ, ਲੋਕਾਂ ਨੂੰ ਐਂ ਲੱਗ ਰਿਹਾ ਕਿ ਅਕਾਲੀ ਦਲ ਤੇ ਕਾਂਗਰਸ ਇਸ ਵਾਰੀ ਮਿਲ ਕੇ ਇਲੈਕਸ਼ਨ ਲੜ ਰਹੀ ਹੈ। ਖਾਸ ਕਰਕੇ ਕਿਹਾ ਜਾ ਰਿਹਾ ਹੈ ਤੁਹਾਡੀ ਸੀਟ ਉਮੀਦ ਕੀਤੀ ਜਾਂਦੀ ਸੀਗੀ ਕਿ ਆਤਮ ਨਗਰ ਤੋਂ ਹੋਏਗੀ ਔਰ ਵੈਸਟ ਤੋਂ ਕਿਸੇ ਹੋਰ ਕੈਂਡੀਡੇਟ ਨੂੰ ਖੜਾ ਕੀਤਾ ਜਾਏਗਾ, ਪਰ ਜ਼ਿਆਦਾ ਤੁਹਾਨੂੰ ਇੱਥੇ ਆਤਮ ਨਗਰ ਇੱਧਰ ਵੈਸਟ 'ਚੋਂ ਖੜਾ ਕੀਤਾ ਗਿਆ। ਲੋਕੀ ਇਹ ਕਹਿ ਰਹੇ ਆ, ਲੋਕਾਂ 'ਚ ਮੈਸੇਜ ਆ ਰਿਹਾ ਕਿ ਇਹ ਰਲ ਮਿਲ ਕੇ ਗੇਮ ਚਲਾਈ ਜਾ ਰਹੀ ਹੈ, ਵੈਸਟ 'ਚੋਂ ਤਾਂ ਦੂਸਰਾ ਕੈਂਡੀਡੇਟ ਜਿੱਤੇਗਾ। ਦੇਖੋ, ਲੋਕ ਨਹੀਂ ਇਹ ਕਾਂਗਰਸੀ ਕਹਿੰਦੇ ਆ ਤੇ ਘਬਰਾਹਟ 'ਚ ਕਹਿੰਦੇ ਆ।
ਮੈਨੂੰ ਪਾਰਟੀ ਪ੍ਰਧਾਨ ਸਾਹਿਬ ਨੇ ਪੁੱਛਿਆ ਸੀਗਾ ਚੋਣ ਲੜਨੀ ਹੈ ਜੀ ਮੈਂ ਕਿਹਾ ਸੀ ਜੇ ਪਾਰਟੀ ਫੈਸਲਾ ਕਰੂਗੀ ਕਿ ਲੜਾਊਗੀ ਤਾਂ ਮੈਂ ਲੜਨੀ ਹੈ ਜੀ ਤੇ ਉਹਨਾਂ ਨੇ ਪੁੱਛਿਆ ਸੀਗਾ ਕਿ ਕਿੱਥੋਂ ਲੜਨੀ ਹੈ ਮੈਂ ਕਿਹਾ ਜੇ ਮੈਂ ਚੋਣ ਲੜਨੀ ਹੈ ਤਾਂ ਮੈਂ ਕੇਵਲ ਤੇ ਕੇਵਲ ਵੈਸਟ ਚੋਂ ਲੜਨੀ ਹੈ। ਅੱਛਾ ਜੀ, ਇਹਦਾ ਕੋਈ ਖਾਸ ਏਜੰਡਾ ਵੈਸਟ ਚ ਹਾਂ ਵੈਸਟ ਦਾ ਦੇਖੋ ਸਭ ਤੋਂ ਵੱਡਾ ਜਿਹੜਾ ਲੁਧਿਆਣੇ 'ਚ ਤਬਾਹੀ ਕਰਨ ਵਾਲਾ ਵਿਅਕਤੀ ਹੈ ਜੀ ਉਹ ਵੈਸਟ ਤੋਂ ਜਿੱਤਿਆ ਹੈ। ਜੀ ਮੈਂ ਉਹਨੂੰ ਚੈਲੰਜ ਕਰਨਾ ਇਲੈਕਸ਼ਨ 'ਚ। ਤੁਸੀਂ ਉਹਨੂੰ ਚੈਲੰਜ ਕਰਨਾ, ਇਹ ਤੁਹਾਡਾ ਪੱਕਾ ਸੰਕਲਪ ਹੈ? ਪੱਕਾ ਇਸੇ ਕਰਕੇ ਵੈਸਟ ਮੰਗ ਕੇ ਲਈ ਹੈ। ਮੰਗ ਕੇ ਲਈ ਇਹ ਤਾਂ ਤੁਹਾਨੂੰ ਨਾ ਉਹ ਬਾਹਰ ਬੈਠੇ ਕਹਿੰਦੇ ਆ ਕਿ ਸਾਨੂੰ ਤਾਂ ਹੁਣ ਸੌਖਾ ਬੜਾ ਕੰਮ ਹੋ ਗਿਆ ਜੀ। ਪਤਾ ਲੱਗ ਜੂ ਫਰਵਰੀ 2022 ਚ ਸੌਖਾ ਕੌਣ ਹੋਇਆ। ਜੀ ਠੀਕ ਹੈ ਜੀ। ਉਹਨਾਂ ਦੇ ਬੰਦਿਆਂ ਨੇ ਟੈਲੀਫੋਨ ਕੀਤਾ ਸਾਡੇ ਬੰਦਿਆਂ ਨੂੰ ਕੀ ਮੇਰੀ ਅਨਾਉਂਸ ਹੋਣ ਤੋਂ ਬਾਅਦ ਕੀ? ਕਿ ਇਹ ਪੱਕੀ ਗੱਲ ਹੈ ਕਿ ਗਰੇਵਾਲ ਸਾਹਿਬ ਲੜ ਰਹੇ ਨੇ। ਠੀਕ ਹੈ ਜੀ। ਚਲੋ ਸਰ, ਇੱਕ ਤੁਸੀਂ ਇੱਕ ਵਾਰੀ ਤੁਹਾਡੇ ਨਾਲ ਪਹਿਲਾਂ ਵੀ ਅਸੀਂ ਰੂਬਰੂ ਹੋਏ ਸੀ ਤੇ ਉਦੋਂ ਤੁਸੀਂ ਇੱਕ ਸਾਨੂੰ ਬੜਾ ਵਧੀਆ ਮੈਸੇਜ ਦਿੱਤਾ ਸੀ ਸਮਾਜ ਦੇ ਵਿੱਚ ਨਿਊ ਹਾਈ ਸਕੂਲ ਦਾ ਮੁੱਦਾ। ਤੁਸੀਂ ਕਿਹਾ ਸੀ ਤੁਸੀਂ ਵੀ ਪੜ੍ਹੇ ਹੋਏ ਤਾਂ ਤੁਹਾਡੇ ਵੱਡੇ ਭਾਈ ਸਾਹਿਬ ਵੀ ਪੜ੍ਹੇ ਹੈ। ਸੋ ਉਹ ਨਿਊ ਹਾਈ ਸਕੂਲ ਅੱਜ ਦੇ ਟਾਈਮ 'ਚ ਵੀ ਕਿਤੇ ਨਾ ਕਿਤੇ ਲੈਂਡ ਮਾਫੀਆ ਵੱਲੋਂ ਗ੍ਰੈਬ ਕੀਤਾ ਹੋਇਆ, ਉਹਦੇ ਤੇ ਹੁਣ ਸਕੂਲ ਨਹੀਂ ਚੱਲ ਰਿਹਾ, ਸਿਲੈਕਟਡ ਦਿਖਾਵੇਬਾਜ਼ੀ ਦਾ ਸਕੂਲ ਚੱਲ ਰਿਹਾ। ਉਸ ਮੁੱਦੇ ਨੂੰ ਤੁਸੀਂ ਚੱਕੋਗੇ ਸਰ? ਉਹ ਖਾਲੀ ਕਰਾਓਗੇ? ਉਹ ਤਾਂ ਉੱਥੋਂ ਤੋਂ ਤਾਂ ਤੁਸੀਂ ਆਪ ਮੋੜ ਦੀ ਸਿੱਖਿਆ ਲਿੱਤੀ। ਇੱਕ ਤੁਹਾਨੂੰ ਮੈਂ ਦੱਸ ਦੇਣਾ ਇਹਨਾਂ ਦਾ ਇੱਕ ਨਹੀਂ ਜਦ ਇਹਨਾਂ ਦੀਆਂ ਕਫਨ ਖੋਲੇ ਨਾ ਜੀ। ਅੰਦਰੋਂ ਕੋਈ ਕੁਛ ਨਿਕਲਣਾ ਜੀ ਤੇ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਰਲੇ ਹੋਏ ਇਹ ਵੀ ਪਤਾ ਲੱਗਣਾ। ਠੀਕ ਹੈ ਜੀ। ਦੇਖੋ ਜੋ ਇੰਪਰੂਵਮੈਂਟ ਟਰਸਟ 'ਚ ਧਾਂਦਲੀਆਂ ਕਰੀਆਂ ਮੰਤਰੀ ਜੀ ਨੇ ਆਪਣਾ ਬੰਦਾ ਖਾਸ ਲਾ ਕੇ ਜੀ ਜਿੰਨੀਆਂ ਗ੍ਰੀਨ ਬੈਲਟਾਂ ਜਿੰਨੀਆਂ ਥਾਵਾਂ ਅਲਾਟਮੈਂਟ ਜੀ ਮੇਰੇ ਕੋਲ ਆ ਹੋਣੀ ਅੱਜ ਹੀ ਹੋ ਕੇ ਕੁਛ ਏਰੀਆ ਦੇ ਬੰਦੇ ਗਏ ਨੇ ਜੀ। ਉਹਨਾਂ ਸੁਸਾਇਟੀਆਂ ਦੀਆਂ ਥਾਵਾਂ ਹੜੱਪ ਕਰ ਲਈਆਂ ਬਹੁਤ ਕੁਝ ਹੋਇਆ। ਠੀਕ ਹੈ ਜੀ। ਸਾਰੀਆਂ ਚੀਜ਼ਾਂ ਆ ਜਾਣੀਆਂ ਨੇ ਤੁਸੀਂ ਇੱਕ ਵਾਰੀ ਕੋਡ ਲੱਗਣ ਦਿਓ ਤੁਸੀਂ ਦੇਖਣਾ ਸਹੀ ਕਿ ਸਰਕਾਰ ਦਾ ਤੇ ਇਹਨਾਂ ਦਾ ਜਨਾਜ਼ਾ ਕਿਵੇਂ ਨਿਕਲਦਾ। ਅੱਛਾ ਜੀ। ਤੇ ਤੁਸੀਂ ਆਪਣੇ ਵੱਲੋਂ ਜਨਤਾ ਨੂੰ ਜਿਹੜੀ ਵੈਸਟ ਦੀ ਜਨਤਾ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਵੈਸਟ ਨਹੀਂ ਸਮੁੱਚੇ ਲੁਧਿਆਣੇ ਦੀ ਜਨਤਾ ਨੂੰ ਦੇਣਾ ਮੈਸੇਜ ਇਹ ਦੇਣਾ ਚਾਹੁੰਦਾ ਕਿ ਕਹਿੰਦੇ ਨਾ ਗੌਰਮੈਂਟ ਜੀ। ਇਹ ਦੋ ਲਫ਼ਜ਼ਾਂ ਦਾ ਮੇਲ ਹੈ ਕਿ ਗੌਰ ਤੇ ਮਿੰਟ। ਜੀ। ਜਿਹੜੀ ਮਿੰਟ ਤੇ ਗੌਰ ਕਰੇ ਉਹਨੂੰ ਗੌਰਮੈਂਟ ਕਹਿੰਦੀ ਹੈ ਜੀ। ਤੇ ਜਿਹੜੀ ਖਾਣ ਪੀਣ ਤੇ ਲੱਗੀ ਰਵੇ ਤੇ ਸੁੱਤੀ ਰਵੇ ਉਹ ਸਰਕਾਰ ਨਹੀਂ ਹੁੰਦੀ, ਉਹ ਸਰਾਲਾਂ ਹੁੰਦੀਆਂ ਨੇ। ਠੀਕ ਹੈ ਜੀ। ਤੇ ਲੋਕਾਂ ਨੂੰ ਹੁਣ ਇੱਕੋ ਹੀ ਬੇਨਤੀ ਹੈ ਕਿ ਇਸ ਵਾਰੀ ਗੌਰਮੈਂਟ ਚੁਣੋ ਜਿਹੜੀ ਮਿੰਟ ਤੇ ਗੌਰ ਕਰੇ, ਜਿਹੜੇ ਲੋਕਾਂ ਦੇ ਵਿੱਚ ਵਿਚਰੇ, ਲੋਕਾਂ ਨੂੰ ਆਨਸਰੇਬਲ ਹੋਵੇ ਤੇ ਲੋਕਾਂ ਦੇ ਗਲ ਨਾ ਪੈਂਦੀ ਹੋਵੇ, ਲੋਕਾਂ ਦੀ ਹੱਤਕ ਨਾ ਕਰਦੀ ਹੋਵੇ, ਲੋਕਾਂ ਨੂੰ ਜ਼ਲੀਲ ਨਾ ਕਰਦੀ ਹੋਵੇ। ਉਹ ਗੌਰਮੈਂਟ ਨਹੀਂ ਹੁੰਦੀ, ਉਹ ਹੰਕਾਰ ਹੁੰਦਾ ਤੇ ਹੰਕਾਰ ਪਰਮਾਤਮਾ ਨੇ ਕਦੇ ਰਹਿਣ ਨਹੀਂ ਦਿੱਤਾ ਬਹੁਤੀ ਦੇਰ। ਠੀਕ ਹੈ। ਇੱਕ ਆਖਰੀ ਕੁਐਸਚਨ ਸਰ, ਲੋਕਾਂ ਨੂੰ ਨਾ ਇੱਕ ਕਨਫਿਊਜ਼ਨ ਹੈ CLU ਤੇ ਕਨਵਰਜਨ, ਇਹਦੇ ਚਾਰजेस 'ਚ ਇਸ 'ਚ ਕੋਈ ਫਰਕ ਹੁੰਦਾ? ਦੇਖੋ ਅਸਲੀ ਲਫ਼ਜ਼ ਤਾਂ ਇਹਦਾ ਹੈਗਾ CLU ਜੀ। ਚੇਂਜ ਆਫ ਲੈਂਡ ਯੂਜ਼ ਜੀ। ਹਾਂਜੀ ਜੀ। ਤੇ ਇਹਨਾਂ ਨੇ ਕਨਵੀਨੀਅੰਸ ਲਈ ਆਪਣਾ ਕਨਵਰਸ਼ਨ ਵੀ ਲਿਖਤਾ ਹੈ ਜੀ। ਪਰ ਮੈਂ ਇੱਕ ਤੁਹਾਨੂੰ ਦੱਸਾਂ ਕੁਝ ਏਰੀਆਜ਼ ਹੈਗੇ ਨੇ ਜਿਹੜੇ ਕਿਸੇ ਸਕੀਮ ਹੇਠ ਨਹੀਂ ਕਵਰਡ। ਠੀਕ ਹੈ ਜੀ। ਜਿਵੇਂ ਮਾਡਲ ਟਾਊਨ ਹੈ ਜੀ। ਇਹ ਸਿਰਫ ਇੱਕ ਜਿਹੜਾ ਤੁਹਾਡਾ ਬਣਿਆ ਹੋਇਆ ਨਾ ਮਾਸਟਰ ਪਲਾਨ ਜੀ। ਉਹਦੇ 'ਚ ਉਹਨਾਂ ਨੇ ਰੈਜ਼ੀਡੈਂਸ਼ੀਅਲ ਜ਼ੋਨ ਦਿਖਾਏ ਨੇ, ਉਹਨਾਂ ਨੇ ਉਹਦੇ 'ਚ ਕਮਰਸ਼ੀਅਲ ਜ਼ੋਨ ਦਿਖਾਏ ਨੇ, ਉਹਦੇ 'ਚ ਇੰਡਸਟਰੀਅਲ ਜ਼ੋਨ ਦਿਖਾਏ ਨੇ। ਜੀ। ਇਹ ਜਿੱਥੇ ਉਹਨਾਂ ਦੇ 'ਚ ਹੁੰਦਾ ਹੈਗਾ ਤਾਂ ਉੱਥੇ ਕਨਵਰਸ਼ਨ ਹੈ, ਜੀ। ਜਿੱਥੇ ਨੋਟੀਫਾਈਡ ਸਕੀਮਾਂ ਨੇ ਉੱਥੇ CLU ਹੀ ਹੁੰਦਾ ਹੈ। ਅੱਛਾ ਜੀ। ਸੋ ਇਹੀ ਫਰਕ ਹੈ। ਥੈਂਕ ਯੂ ਸਰ। ਸੋ ਦੋਸਤੋ, ਇਹ ਸੀਗੇ ਮਹੇਸ਼ਿੰਦਰ ਸਿੰਘ ਗਰੇਵਾਲ ਜੀ, ਜਿਹੜੇ ਕਿ ਅਕਾਲੀ ਦਲ ਤੋਂ ਵੈਸਟ ਜ਼ੋਨ ਲੁਧਿਆਣਾ ਵੈਸਟ ਜ਼ੋਨ ਤੋਂ ਇੱਕ ਚੁਣਾਵ ਲਈ ਉਹਨਾਂ ਨੇ ਪ੍ਰਤਿਆਸ਼ੀ ਘੋਸ਼ਿਤ ਕੀਤਾ। ਔਰ ਇਹਨਾਂ ਨੇ ਜੋ ਅਸੀਂ ਇੱਕ ਕੁਐਸਚਨ ਸੀਗੇ ਜਨਤਾ ਦੇ ਦਿਲ 'ਚ, ਜੋ ਕੁਐਸਚਨ ਸੀਗੇ ਜਿਹੜੇ ਸਾਨੂੰ ਸਮਝ ਲੱਗਦੇ ਸੀ, ਉਹ ਅਸੀਂ ਇਹਨਾਂ ਤੋਂ ਜ਼ਰੂਰ ਪੁੱਛੇ ਔਰ ਇਹਨਾਂ ਨੇ ਵੀ ਉਹਨਾਂ ਦਾ ਬੇਬਾਕੀ ਨਾਲ ਜਵਾਬ ਦਿੱਤਾ। ਔਰ ਇਹਨਾਂ ਨੇ ਇੱਕ ਬੜੀ ਅੱਛੀ ਗੱਲ ਕਹੀ ਹੈ, ਗੌਰਮੈਂਟ ਦਾ ਇਹਨਾਂ ਨੇ ਇੱਕ ਨਵਾਂ ਮਤਲਬ ਸਮਝਾਇਆ, ਜਿਹੜੀ ਮਿੰਟ ਬਾਅਦ ਗੌਰ ਕਰੇ ਉਹ ਗੌਰਮੈਂਟ ਹੁੰਦੀ ਹੈ। ਸੋ ਉਮੀਦ ਕਰਦੇ ਹਾਂ ਕਿ ਜੋ ਇਹਨਾਂ ਨੇ ਕਿਹਾ ਔਰ ਜਿੱਦਾਂ ਦੇ ਇਹਨਾਂ ਨੇ ਲੋਕਾਂ ਲਈ ਵਿਊਜ਼ ਦਿੱਤੇ ਹੈ, ਇਹ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਰੂਰ ਆਪਣਾ ਇੱਕ ਦੁਬਾਰਾ ਉੱਦਾਂ ਦਾ ਵਰਚਸਵ ਕਾਇਮ ਕਰਨਗੇ ਜਿਹੜਾ ਕਿ ਅਕਾਲੀ ਦਲ ਦੀ ਗੌਰਮੈਂਟ ਵੇਲੇ ਹੁੰਦਾ ਸੀਗਾ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ। जन हितैषी, जन जन की बात, जन हितैषी के साथ।